ASI ਹਰਬੰਸ ਸਿੰਘ ਜਿਨ੍ਹਾਂ ਨੇ ਮੇਰੀ ਨਹੀਂ ਸੁਣਵਾਈ ਕੀਤੀ, ਜਿਨ੍ਹਾਂ ਨੇ ਮੇਰਾ ਨਹੀਂ ਸੁਣਿਆ ਉਹ, ਤੇ ਜਿਨ੍ਹਾਂ ਨੇ ਸਾਨੂੰ ਹੱਥ ਪਾਇਆ, ਇਹਨਾਂ ਦੇ ਤਾਈ ਦੇ ਮੁੰਡੇ, ਉਹਨਾਂ ਦੇ ਅੱਗੋਂ ਮਾਮੇ ਦੇ ਮੁੰਡੇ, ਜਿਨ੍ਹਾਂ ਨੇ ਸਾਡੇ ਤੇ ਸਾਨੂੰ ਹੱਥ ਪਾਇਆ, ਮੇਰਾ ਜੀਜਾ ਗੁਰਪ੍ਰੀਤ ਸਿੰਘ, ਮੇਰੀ ਨਣਦ ਜਗਜੀਤ ਕੌਰ, ਉਹਦਾ ਮੁੰਡਾ ਹਰਸ਼, ਜਿਨ੍ਹਾਂ ਨੇ ਸਾਨੂੰ ਹੱਥ ਪਾਇਆ, ਜਿਨ੍ਹਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ। ਅਗਰ ਮੈਂ ਮਰਦੀ ਹਾਂ ਤਾਂ ਉਹਦੇ ਜ਼ਿੰਮੇਵਾਰ ਇਹ ਸਾਰੇ ਹੋਣਗੇ। ਸਿਰਫ ਸਰਕਾਰ ਇਹ ਪੈਸੇ ਦੇ ਸਿਰ ਦੇ ਉੱਤੇ ਹੀ ਚੱਲਦੀ ਆ। ਅਗਰ ਮੇਰੇ ਕੋਲੇ ਪੈਸਾ ਨਹੀਂ ਆ ਤਾਂ ਪੁਲਿਸ ਵਾਲੇ ਸਿਰਫ ਪੈਸੇ ਦੇ ਸਿਰ ਤੇ ਚੱਲਦੇ ਆ ਜੀ। ਠੀਕ ਆ, ਸਾਨੂੰ ਪੈਸੇ ਦੇ ਗਏ ਆ ਤਾਂ ਸਾਡੀ ਉਹ ਸੁਣਵਾਈ ਕਰੂਗਾ ਜਿਹਦੇ ਅਸੀਂ ਪੈਸੇ ਖਾਵਾਂਗੇ। ਸਰ ਕਰਮਜੀਤ ਸ਼ਰਮਾ ਬੋਲ ਰਹੇ ਵੈਨਿਊਜ਼ ਪੰਜਾਬ ਤੋਂ। ਸਰ ਇੱਕ ਨਾ ਤੁਹਾਡੇ ਕੋਲ ਕੋਈ ਲੇਡੀਜ਼ ਆਏ ਸੀਗੇ ਹੁਣੀ, ਉਹਨਾਂ ਦਾ ਕੋਈ ਡਿਸਟ੍ਰੀਬਿਊਟ ਸੀਗਾ, ਲੜਾਈ ਝਗੜਾ ਹੋਇਆ ਸੀ, ਕਾਫੀ ਕੁੱਟਮਾਰ ਪਈ। ਉਹ ਬਾਈ ਜੀ ਉਹ ਅੱਜ ਵਾਲਾ ਡਿਊਟੀ ਅਫਸਰ ਦੇਖੂਗਾ। ਤੁਸੀਂ ਭਾਜੀ ਕਿੱਥੇ? ਤੁਸੀਂ ਥਾਣੇ ਸੀਗੇ, ਇਹਨਾਂ ਦਾ ਕਹਿਣਾ ਹੈ ਉਸ ਟਾਈਮ। ਥਾਣੇ ਜੇ ਮੈਂ ਥਾਣੇ ਸੀ ਤਾਂ ਮੈਂ ਬੈਠਾ ਤੇ ਇਹ ਥੋੜੀ ਵੀ ਮੈਂ ਹੀ ਹਰੇਕ ਦਾ ਕੰਮ ਕਰਨਾ। ਜੂਤਾਵਾਜਾਂ ਕੌਣ ਹੈ ਉਹ ਮੈਨੂੰ ਇਸ ਬਾਰੇ ਵੀਰੇ ਨਹੀਂ ਪਤਾ। ਮੈਂ ਤਾਂ ਸਰ ਇਹੀ ਕਹੂੰਗੀ ਕਿ ਜੇ ਤੁਸੀਂ ਬੈਠੇ ਹੋ ਤਾਂ ਤੁਸੀਂ ਹੀ ਹੋ, ਜੇ ਅਗਰ ਤੁਸੀਂ ਮੇਰੇ ਕੋਲੇ ਖੜੇ ਹੋ ਤਾਂ ਮੈਂ ਕਹੂੰਗੀ ਤੁਸੀਂ ਮੇਰੀ ਕਰ ਰਹੇ ਹੋ। ਠੀਕ ਹੈ, ਜਦ ਮੈਨੂੰ ਪਤਾ ਹੀ ਨਹੀਂ ਹੋਊਗਾ ਵੀ ਕੌਣ ਹੈ ਕੌਣ, ਮੈਂ ਤਾਂ ਉਹਨਾਂ ਕੋਲ ਹੀ ਜਾਊਂਗੀ ਨਾ ਜਿਹੜੇ ਕੁਰਸੀ ਤੇ ਐਟ ਏ ਟਾਈਮ ਮੌਜੂਦ ਨੇ। ਠੀਕ। ਇਹਨਾਂ ਦੇ ਤਾਈ ਦੇ ਮੁੰਡੇ ਦਾ ਕੋਈ ਯਾਰ ਦੋਸਤ ਆ, ਮੈਨੂੰ ਨਹੀਂ ਪਤਾ, ਧਮਕੀ ਦੇ ਰਿਹਾ, ਕਹਿੰਦਾ ਹਾਂ, ਕਹਿੰਦਾ ਤੂੰ ਹੁਣ ਜੇ ਬਚ ਸਕਦੀ ਆ ਤਾਂ ਕਹਿੰਦਾ ਦੇਖ ਲੈ, ਕਹਿੰਦਾ ਇਹਦੇ ਨਾਲ ਮੇਰੀ ਗੱਲ ਕਰਾ। ਉਹਨੇ ਕਿਹਾ ਆਪਣੀ ਜਾਨ, ਕਹਿੰਦਾ ਮਰਾਟੋ ਆ ਜਾ, ਮਰਾਟੋ ਦੇ ਬਾਹਰ ਹੀ ਖੜਾ ਵਾਂ, ਕਹਿੰਦਾ ਇਹਨੂੰ ਆਪਣੀ ਜਾਨ ਬਚਾ ਲਾ, ਹੁਣ ਤੂੰ ਵੀ ਜੇ ਬਚਣਾ ਚਾਹੁੰਦੀ ਆ ਤਾਂ ਬਚ ਲੈ, ਕੋਈ ਗੱਲ ਨਹੀਂ। ਜੇ ਜਨਾਨੀ ਦੇ ਕੱਪੜੇ ਫਾਟੇ ਹੋਏ ਆ, ਉਹਦੇ ਜੀਜੇ ਨੇ ਉਹਨੂੰ ਹੱਥ ਪਾਇਆ ਵਾ, ਕੋਈ ਸੁਣਵਾਈ ਨਹੀਂ ਆ। ਲੇਕਿਨ ਉਹ ਕਹਿੰਦੇ ਵੀ ਤੁਸੀਂ ਕੇਸ ਵਾਪਸ ਲਓ। ਉਹਨਾਂ ਨੇ 10-15 ਬੰਦਿਆਂ ਨੇ ਘੇਰ ਲਿਆ ਕੇ ਸਾਨੂੰ, ਆਹ ਦੇਖ ਲਓ ਮੇਰਾ ਕੀ ਹਾਲ ਕਰਦਾ, ਕੁੱਟਿਆ ਮਾਰਿਆ, ਕੱਪੜੇ ਫਾੜਤੇ ਤੇ ਨਾਲ ਕੁੱਟੀ ਜਾਣ ਦੇ ਨਾਲ ਕਹਿੰਦੇ ਕੇਸ ਵਾਪਸ ਲਓ, ਕੇਸ ਵਾਪਸ ਲਓ ਜੀ। ਇੱਕ ਮੁੰਡਾ ਸੀ, ਪਤਾ ਨਹੀਂ ਉਹਦਾ ਕੀ ਨਾਂ ਸੀ ਕੀ ਨਹੀਂ, ਉਹਨਾਂ ਨੇ ਇਹਨੂੰ ਮਗਰੋਂ ਫੜ ਲਿਆ। ਇਹਨਾਂ ਨੇ ਭਾਜੀ ਉਹ ਭਾਜੀ ਮੈਨੂੰ ਨਾਂ ਨਹੀਂ ਪਤਾ, ਸਰਦਾਰ ਜੀ ਸੀਗੇ। ਹਾਂ ਪਿੰਡ ਦੇ ਵਿੱਚ ਲੜਾਈ ਹੋਈ, ਇਹਨਾਂ ਨੇ ਮਗਰ ਮੁੰਡੇ ਜਾਣ ਲੱਗੀ, ਛੜਾ ਕੇ ਭਜਾਣ ਲੱਗੇ ਇਹਨਾਂ ਨੂੰ, ਪਰ ਉਹਨੂੰ ਫਿਰ ਵੀ ਜ਼ਬਰਦਸਤੀ ਇਹਨਾਂ ਨੂੰ ਫੜੀ ਰੱਖਿਆ, ਜਾਣ ਨਹੀਂ ਦਿੱਤਾ ਸੀ, ਬੜੇ ਧੱਕੇ ਨਾਲ ਬਾਈ ਛੜਾ ਕੇ ਉਹਨੂੰ ਉੱਥੋਂ ਕੱਢਿਆ। ਅੱਜ ਇਹਨਾਂ ਦੀ ਸੱਸ ਦਾ ਭੋਗ ਸੀਗਾ, ਮੇਰੇ ਦੋਨੇ ਬੱਚੇ ਭੋਗ ਦੇ ਉੱਤੇ ਗਏ ਆ। ਇਹਨਾਂ ਨੇ ਫੋਨ ਕਰਕੇ ਭੋਗ ਦੇ ਉੱਤੇ ਆਪ ਬੁਲਾਇਆ ਵਾ। ਜਦੋਂ ਭੋਗ ਦੇ ਉੱਤੇ ਪਹੁੰਚੇ ਆ ਤੇ ਭੋਗ ਤੇ ਪੈਣ ਤੋਂ ਬਾਅਦ ਹੀ ਤੇ ਕਹਿੰਦੇ ਆਜੋ ਜੀ ਤੁਹਾਡੇ ਨਾਲ ਗੱਲਬਾਤ ਕਰ ਲੈਂਦੇ ਆ। ਗੱਲਬਾਤ ਤੋਂ ਕਾਰਨ ਮੇਰੀ ਬੇਟੀ ਨੂੰ ਤੇ ਮੇਰੇ ਜਵਾਈ ਨੂੰ ਬਹੁਤ ਕੁੱਟਮਾਰ ਕੀਤੀ ਆ। ਮੇਰੀ ਭਰਜਾਈ ਇਕੱਲੀ ਨਾਲ ਸੀ ਇੱਕ, ਉਹਨਾਂ ਨੇ ਜਾ ਕੇ ਛਡਾਇਆ, ਕੱਪੜੇ ਪਾੜ ਦਿੱਤੇ ਮੇਰੀ ਬੇਟੀ ਦੇ। ਅਸੀਂ ਇਨਸਾਫ ਮੰਗਦੇ ਆ ਕਿਉਂਕਿ ਬਹੁਤ ਅੱਗੇ ਵੀ ਇਹ ਕੋਰਟ ਕੇਸ ਵੀ ਚੱਲ ਰਿਹਾ ਇਹਨਾਂ ਦਾ, ਸਾਡੀ ਕੋਈ ਸੁਣਾਈ ਨਹੀਂ ਹੋ ਰਹੀ। ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਕਰਮਜੀਤ ਸ਼ਰਮਾ, ਤੁਸੀਂ ਦੇਖ ਰਹੇ ਹੋ ਵੈਨਿਊਜ਼ ਪੰਜਾਬ। ਦੋਸਤੋ ਗੱਲ ਕਰਾਂਗੇ ਅੱਜ ਇਸ ਟਾਈਮ ਅਸੀਂ ਖੜੇ ਹਾਂ ਸਿਵਲ ਹਸਪੀਟਲ ਵਿੱਚ। ਦੋਸਤੋ ਅਕਸਰ ਲੜਾਈ ਝਗੜੇ ਜਿਹੜੇ ਕੇਸ ਨੇ ਉਹ ਦੇਖਣ ਨੂੰ ਮਿਲਦੇ ਨੇ, ਲੇਕਿਨ ਅੱਜ ਤੁਹਾਨੂੰ ਇੱਕ ਅਜੀਬੋ-ਗਰੀਬ ਕੇਸ ਦਿਖਾਵਾਂਗੇ ਕਿ ਇੱਕ ਲੜਕਾ ਆਪਣੀ ਮਦਰ ਦੇ ਭੋਗ ਤੇ ਆਪਣੇ ਘਰ ਪਰਿਵਾਰ 'ਚ ਜਾ ਕੇ ਮਿਲਦਾ ਹੈ ਤੇ ਉਸ ਤੋਂ ਬਾਅਦ ਉਹ ਨਾਲ ਜਿਹੜਾ ਕੀ ਹਾਲ ਹੁੰਦਾ ਉਹ ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਜ਼ੁਬਾਨੀ। ਭਾਜੀ ਕੀ ਨਾਮ ਹੈ ਤੁਹਾਡਾ? ਚਰਨਜੀਤ ਸਿੰਘ ਜੀ। ਅੱਛਾ ਭਾਈ, ਸਾਰਾ ਮੈਟਰ ਦੱਸੋ, ਹੋਇਆ ਕੀ ਕਿੱਥੋਂ ਗੱਲਬਾਤ ਸ਼ੁਰੂ ਹੋਈ ਤੇ ਕਿੱਦਾਂ ਹੋਈ? ਕੁਝ ਨਹੀਂ ਸਰ, ਮੇਰੇ ਮੰਮੀ ਐਕਸਪਾਇਰ ਹੋ ਗਏ ਸੀ। ਕਿਹੜੇ ਪਿੰਡ ਦੇ ਰਹਿਣ ਵਾਲੇ ਸੀ ਉਹ? ਮੇਰੀ ਸਿਸਟਰ ਦੇ ਕੋਲ ਹੀ ਰਹਿੰਦੇ ਸੀਗੇ, ਗਿੱਲਾ ਪਿੰਡ ਰਹਿੰਦੇ ਨੇ। ਠੀਕ ਹੈ। ਤੇ ਕਹਿੰਦਾ ਮੈਨੂੰ ਫੋਨ ਆਇਆ, ਕਹਿੰਦੇ ਮੰਮੀ ਦਾ ਭੋਗ ਹੈ ਜੀ ਕੱਲ ਤੇ ਆ ਜਾਣਾ। ਅਸੀਂ ਚਲੇ ਗਏ, ਸਾਰਾ ਕੁਝ ਸਹੀ ਸੀ। ਜਦੋਂ ਆਪਾਂ ਵਾਪਸ ਆ ਲੱਗੇ, ਤੁਸੀਂ ਕੌਣ ਗਏ? ਇਕੱਲੇ ਗਏ ਸੀ? ਮੈਂ ਤੇ ਮੇਰੀ ਵਾਈਫ ਗਏ ਸੀ, ਮੇਰੇ ਮਾਮੀ ਸਹੁਰੇ ਗਏ ਸੀਗੇ ਤੇ ਕਹਿੰਦਾ ਅਸੀਂ 4 ਬੰਦੇ ਸੀਗੇ, ਯਾਨੀ ਇਨ-ਲॉज ਫੈਮਿਲੀ ਸੀ ਨਾਲ ਤੁਹਾਡੇ। ਠੀਕ ਹੈ। ਮਤਲਬ ਕਿ ਅਸੀਂ ਜਦੋਂ ਵਾਪਸ ਆ ਲੱਗੇ ਤਾਂ ਕਹਿੰਦਾ ਉਹਨਾਂ ਨੇ ਆ ਕੇ, ਮੈਂ ਭੂਆ ਨੂੰ ਕਿਹਾ, ਮੇਰੇ ਭੂਆ ਦਿੱਲੀ ਤੋਂ ਆਏ ਸੀਗੇ, ਮੈਂ ਕਿਹਾ ਭੂਆ ਜੀ ਆਪਾਂ ਚੱਲਦੇ ਆ। ਤੇ ਕਹਿੰਦਾ ਜਦੋਂ ਅਸੀਂ ਬਾਹਰ ਨਿਕਲਣ ਲੱਗੇ ਉਹਨਾਂ ਨੇ ਸਾਨੂੰ ਫੜ ਲਿਆ ਜੀ ਪਿੱਛੋਂ ਦੀ। ਕੋਈ ਗੱਲਬਾਤ ਹੋਈ ਹੋਊਗੀ ਕਿ ਵੈਸੇ ਹੀ? ਕੁਛ ਨਹੀਂ ਭਾਜੀ, ਮੇਰਾ ਨਾ ਕੇਸ ਚੱਲਦਾ, ਮੇਰਾ 40 ਲੱਖ ਰੁਪਏ ਦਾ ਕੇਸ ਹੈ। ਜਿਹੜਾ ਮੇਰਾ ਸਮਾਨ ਗੋਲਡ ਦਾ ਹੈਗਾ ਸੀ ਨਾ ਮੇਰਾ, ਉਹ ਮੇਰੀ ਭੈਣ ਚੱਕ ਕੇ ਲਿਆਈ। ਠੀਕ ਹੈ। ਬਸ ਆਪਣਾ ਉਹੀ ਕੇਸ ਦੇ ਚੱਕਰ ਦੇ ਵਿੱਚ ਆਪਾਂ ਨੇ ਕੇਸ ਕੀਤਾ ਪਿਆ ਉਹਨਾਂ ਦੇ ਉੱਪਰ। ਠੀਕ ਹੈ। ਲੇਕਿਨ ਉਹ ਕਹਿੰਦੇ ਵੀ ਤੁਸੀਂ ਕੇਸ ਵਾਪਸ ਲਓ। ਉਹਨਾਂ ਨੇ 10-15 ਬੰਦਿਆਂ ਨੇ ਘੇਰ ਲਿਆ ਕੇ ਸਾਨੂੰ, ਆਹ ਦੇਖ ਲਓ ਮੇਰਾ ਕੀ ਹਾਲ ਕਰਦਾ, ਕੁੱਟਿਆ ਮਾਰਿਆ, ਕੱਪੜੇ ਫਾੜਤੇ ਤੇ ਨਾਲ ਕੁੱਟੀ ਜਾਣ ਦੇ ਨਾਲ ਕਹਿੰਦੇ ਕੇਸ ਵਾਪਸ ਲਓ, ਕੇਸ ਵਾਪਸ ਲਓ ਜੀ। ਯਾਨੀ ਤੁਹਾਡਾ ਕੋਈ ਪਹਿਲਾਂ ਦੀ ਰੰਜਿਸ਼ ਹੈ ਕੋਈ? ਤੁਸੀਂ ਉਹਨਾਂ ਦਾ ਕੇਸ ਕੀਤਾ ਹੋਇਆ ਕਿ ਜਿਹੜੀ ਤੁਸੀਂ? ਸੌਰੀ ਮੈਂ ਕਹਿਣਾ, ਪਹਿਲਾਂ ਦੀ ਰੰਜਿਸ਼ ਕੋਈ ਨਹੀਂ ਹੈਗੀ। ਪਹਿਲਾਂ ਦੀ ਇਹੀ ਹੈ ਕਿ ਜੀ ਮੇਰਾ ਕੇਸ ਲੱਗਿਆ, ਮੇਰਾ ਨਾਮ ਹੈ ਮਨਪ੍ਰੀਤ ਕੌਰ। ਠੀਕ ਹੈ ਜੀ। ਕੇਸ ਮੇਰਾ ਡਿਸਪਿਊਟ ਦਾ ਲੱਗਿਆ ਹੋਇਆ ਗੋਲਡ ਦਾ, 35 ਤੋਂ 40 ਲੱਖ ਰੁਪਏ ਦਾ ਮੇਰਾ ਇਹ ਗੋਲਡ ਚੱਕ ਕੇ ਲਿਆਈ ਸੀ ਪਟਿਆਲੇ ਤੋਂ। ਜਦ ਕਿ ਮੇਰੀਆਂ ਸਾਰੀਆਂ ਮੇਰੇ ਕੋਲੇ ਸਾਰੀਆਂ ਰਿਕਾਰਡਿੰਗਾਂ, ਸਾਰੇ ਪ੍ਰੂਫ ਪਏ ਆ ਇਹਨਾਂ ਦੇ। ਜਦੋਂ ਇਹ ਚੱਕ ਕੇ ਲਿਆਈ ਸੀ ਮੈਂ ਇਹਦੇ ਤੇ ਕੇਸ ਕਰਤਾ ਸੀਗਾ। ਕੇਸ ਕੀਤਾ ਜੀ ਮੈਂ ਇਹਨੂੰ ਦੇਖੋ ਨਹੀਂ ਸੀ ਬੁਲਾਉਂਦੀ। ਮੇਰੀ ਸਾਲ ਦੀ ਗੱਲ ਹੈ ਜਦੋਂ ਤੁਸੀਂ ਕੇਸ ਕੀਤਾ? ਹਾਂ, ਪਿਛਲੇ ਸਾਲ ਦੀ ਗੱਲ ਆ। ਪਿਛਲੇ ਸਾਲ ਮੈਂ ਕੇਸ ਕੀਤਾ ਸੀਗਾ।
ਮੈਂ ਇਹਨਾਂ ਨੇ ਮੈਨੂੰ ਕਿਹਾ ਜੀ ਤੇਰੀ ਸੱਸ ਪੂਰੀ ਹੋ ਗਈ। ਮੈਂ ਕਿਹਾ ਜੀ ਜ਼ਰੂਰ ਆਵਾਂਗੇ। ਅਸੀਂ ਡੈਥ ਤੇ ਗਏ, ਅਸੀਂ ਉੱਥੋਂ ਦੀ ਚੁੱਪ ਕਰਕੇ ਆ ਗਏ। ਇਹਨਾਂ ਨੇ ਸਾਨੂੰ ਫੁੱਲਾਂ ਤੇ ਨਹੀਂ ਕਿਹਾ ਚਲੋ ਕੋਈ ਗੱਲ ਨਹੀਂ, ਸਾਡੇ ਕੇਸ ਲੱਗਿਆ, ਸਾਡੀ ਨਹੀਂ ਬੋਲਮਾਨੀ ਹੋਇਆ ਉਦੋਂ ਦੀ ਗੱਲ ਹੈ। ਹਾਂਜੀ ਅਸੀਂ ਉਸ ਦਿਨ ਗਏ। ਅੱਜ ਇਹਨਾਂ ਨੇ ਸਾਨੂੰ ਫੋਨ ਕੀਤਾ ਜੀ ਅੱਜ ਭੋਗ ਆ। ਮੈਂ ਇਹਨਾਂ ਨੂੰ ਕਿਹਾ ਚਲੋ ਆਪਾਂ ਚੱਲ ਜਾਂਦੇ ਆ, ਕੋਈ ਗੱਲ ਨਹੀਂ। ਮਾਮੀ ਹੁਣਾਂ ਨੂੰ ਫੋਨ ਕੀਤਾ, ਮੈਂ ਕਿਹਾ ਤੁਸੀਂ ਆ ਜਾਓ। ਮੰਮੀ ਹੁਣਾਂ ਨੇ ਨਹੀਂ ਜਾਣਾ, ਚਲੋ ਕੋਈ ਗੱਲ ਨਹੀਂ। ਅਸੀਂ ਚਲੇ ਗਏ। ਅਸੀਂ ਕੋਈ ਲੰਗਰ ਨਹੀਂ, ਅਸੀਂ ਸਿਰਫ ਇੰਨੇ ਕਿਹਾ ਜੀ ਚੰਗਾ ਜੀ ਅਸੀਂ ਚੱਲਦੇ ਆ। ਇਹਨਾਂ ਦੇ ਮਾਮੇ ਦਾ ਮੁੰਡਾ ਉੱਠ ਕੇ ਆਇਆ, ਕਹਿੰਦਾ ਤੂੰ ਬਾਹਰ ਤਾਂ ਨਿਕਲ, ਕਹਿੰਦਾ ਕੋਈ ਗੱਲ ਨਹੀਂ। ਉਹਦਾ ਕੌਣ ਸੀ, ਕਿਹੜੇ ਪਿੰਡ ਦਾ? ਮੈਨੂੰ ਤਾਈ ਦਾ ਮੁੰਡਾ ਇਹਨਾਂ ਦਾ, ਤਾਈ ਦਾ ਮੁੰਡਾ ਇਹਨਾਂ ਦਾ ਮਨਪ੍ਰੀਤ ਸਿੰਘ ਆ। ਕਿਹੜੇ ਪਿੰਡ ਦੇ ਰਹਿਣ ਵਾਲੇ ਉਹ? ਆ ਗਿੱਲਾਂ ਦੇ ਇੱਥੇ ਨੇ ਜੀ ਐਨੀ ਦੇ ਸਾਹਮਣੇ ਰਹਿੰਦੇ ਆ। ਹਾਂਜੀ ਲੋਕਲ ਨੇ। ਹਾਂਜੀ ਤੇ ਨਾਮ ਸੌਰੀ ਮੈਨੂੰ ਨਹੀਂ ਇਹਨਾਂ ਦੇ ਪਤਾ ਹੈਗੇ, ਜ਼ਿਆਦਾਤਰ ਇਹਨਾਂ ਨੂੰ ਪਤਾ ਵਾ। ਇਹ ਬਾਹਰ ਨਿਕਲੇ, ਪਹਿਲਾਂ ਇਹਨਾਂ ਨੂੰ ਹੱਥ ਪਾ ਲਿਆ ਇਹਨਾਂ ਨੇ ਸਾਰਿਆਂ ਨੇ, ਜਿੰਨੇ ਜਾਣੇ ਸੀਗੇ ਇਹ 15-20 ਜਾਣੇ 15-20 ਜਾਣੇ ਸੀ ਜਿਨ੍ਹਾਂ ਨੇ ਇਹਨਾਂ ਨੂੰ ਕੁੱਟਿਆ। ਸਾਰੇ ਤੁਹਾਡੇ ਰਿਸ਼ਤੇਦਾਰ ਹੀ ਸੀਗੇ ਆਪਸ? ਸਾਰੇ ਰਿਸ਼ਤੇਦਾਰ ਸੀਗੇ, ਪਰ ਜਿਨ੍ਹਾਂ ਨੇ ਮੈਨੂੰ ਨਾਮ ਪਤਾ ਦੱਸੋ ਕੌਣ ਕੌਣ ਬੰਦਾ ਸੀ? ਇੱਕ ਤੇ ਮੇਰੇ ਤਾਈ ਦਾ ਵੱਡਾ ਮੁੰਡਾ ਮਨਪ੍ਰੀਤ ਸਿੰਘ ਮੰਨੂ, ਇੱਕ ਉਹਦਾ ਛੋਟਾ ਮੁੰਡਾ ਚੀਨੂ, ਇੱਕ ਮੇਰੇ ਕਿੰਨਾ ਜਿਹੜਾ ਤਾਈ ਦਾ ਮੁੰਡਾ ਮੰਨੂ ਉਹਦਾ ਮਾਮਾ ਜੀ, ਤੇ ਉਹਦੇ ਕਿੰਨਾ ਉਹਦੇ ਹੈਗੇ ਮਾਸੜ ਜੀ, ਨਾਲ ਉਹਦੀ ਮਾਸੀ, ਤੇ ਨਾਲ ਜਿਹੜੇ ਮੇਰਾ ਕਿੰਨਾ ਤਾਈ ਦਾ ਮੁੰਡਾ ਮੰਨੂ ਉਹਦੀ ਵਾਈਫ। ਅੱਛਾ, ਉਸ ਤੋਂ ਬਾਅਦ ਤੁਹਾਡੇ ਨਾਲ ਮਾਰਕੁੱਟ ਹੋਈ ਹਾਂਜੀ। ਤੇ ਉਸ ਤੋਂ ਬਾਅਦ ਫਿਰ ਤੁਸੀਂ ਕੋਈ ਲੀਗਲ ਐਕਸ਼ਨ ਲਿਆ? ਕੋਈ ਭਾਜੀ ਇਹਦੇ ਮੇਰੇ ਜੀਜੇ ਨੇ ਮੇਰੇ ਤੇ ਹੱਥ ਚੱਕਿਆ, ਚੈਨ ਮੇਰੀ ਲਾਈ ਗਈ, ਠੀਕ ਹੈ ਜੀ। ਕੱਪੜੇ ਗੁਰਪ੍ਰੀਤ ਸਿੰਘ। ਕਿੱਥੇ ਰਹਿੰਦੇ ਹੋ? ਗਿੱਲਾਂ। ਉਹ ਵੀ ਗਿੱਲਾਂ। ਮੇਰੇ ਜੀਜੇ ਨੇ ਹੱਥ ਚੱਕਿਆ, ਨਣਦ ਮੇਰੀ ਨੇ ਮੇਰੇ ਤੇ ਹੱਥ ਚੱਕਿਆ। ਜਿਹੜੀ ਇਹਨਾਂ ਦੇ ਮਨੂ ਦੀ ਘਰ ਵਾਲੀ ਸੀਗੀ, ਇਹਨਾਂ ਦੇ ਤਾਈ ਦੇ ਮੁੰਡੇ ਦੀ, ਉਹਨੇ ਮੈਨੂੰ ਫੜਿਆ, ਮੇਰੀ ਚੈਨ ਤੱਕ ਲਾਈ ਗਈ। ਮੈਂ ਉਥੋਂ ਜਾਨ ਬਚਾ ਕੇ ਭੱਜੀ। ਇਹਨਾਂ ਨੇ ਅੰਦਰੋਂ ਪਤਾ ਨਹੀਂ ਕੀ ਕੀ ਚੀਜ਼ਾਂ ਚੱਕ ਕੇ ਲਿਆਉਂਦੀਆਂ। ਜਦੋਂ ਮੈਂ ਗਈ ਥਾਣੇ 'ਚ, ਮੈਂ ਸਰ ਗਈ, ਮੈਂ ਹਰਬੰਸ ਸਿੰਘ ਸਰ ਨੂੰ ਜਾ ਕੇ ਗੇਟ ਖੜਕਾਇਆ। ਮੈਂ ਉਹਨਾਂ ਨੂੰ ਜਾ ਕੇ ਕਿਹਾ ਸਰ ਇਦਾਂ ਕਰਕੇ ਮੇਰੇ ਨਾਲ, ਮੈਨੂੰ ਕਹਿੰਦੇ ਜੀ ਕੋਈ ਗੱਲ ਨਹੀਂ ਬਾਹਰ ਬੈਠੋ। ਹਰਬੰਸ ਸਿੰਘ ਕੌਣ ਨੇ? ਹਰਬੰਸ ਸਿੰਘ ASI ਨੇ ਉੱਥੇ। ਅੱਛਾ, ਉਹਨਾਂ ਨੇ ਮੈਨੂੰ ਮਰਾਡੋ ਚੌਂਕੀ ਦੀ। ਮੈਂ ਕਿਹਾ ਸਰ ਤੁਸੀਂ ਤੁਹਾਡੇ ਕਹਿਣ ਦੇ ਉੱਤੇ ਮੈਂ ਭੋਗ ਦੇ ਉੱਤੇ ਗਈ। ਉਹਨਾਂ ਨੂੰ ਪਤਾ, ਉਹਨਾਂ ਨੇ ਮੈਨੂੰ ਕਿਹਾ ਕਿ ਭੋਗ ਦੇ ਉੱਤੇ ਜਾਇਆ, ਕੋਈ ਗੱਲ ਨਹੀਂ ਹੈਗੀ। ਫਿਰ ਕੀ ਹੋ ਗਿਆ? ਅਸੀਂ ਬੈਠੇ ਜਾਣ ਤੋਂ ਪਹਿਲਾਂ ਉਹਨਾਂ ਨਾਲ ਗੱਲਬਾਤ ਹੋਈ ਸੀ? ਜੀ ਬਿਲਕੁਲ ਹੋਈ ਸੀ। ਉਹਨਾਂ ਨੇ ਮੈਨੂੰ ਕਿਹਾ ਸੀ ਜੀ ਗੱਲ ਕੋਈ ਗੱਲ ਨਹੀਂ, ਤੂੰ ਭੋਗ ਦੇ ਉੱਤੇ ਜਾਇਆ, ਵੀ ਤੂੰ ਕੁਝ ਬੋਲੀ ਨਾ। ਮੈਂ ਕਿਹਾ ਸਰ ਮੈਂ ਕੀ ਬੋਲਾਂ, ਮੇਰਾ ਤਾਂ ਕੇਸ ਲੱਗਿਆ, ਕੇਸ ਰਾਹੀਂ ਮੈਂ ਕਾਨੂੰਨ ਰਾਹੀਂ ਲੜੂੰਗੀ, ਕੋਈ ਗੱਲ ਨਹੀਂ ਹੈਗੀ। ਮੈਂ ਗਈ, ਮੈਂ ਕਿਹਾ ਸਰ ਮੇਰੇ ਨਾਲ ਆਹ ਕੁਝ ਹੋਇਆ। ਮੇਰੇ ਆ ਉਸ ਟਾਈਮ ਦੇ ਉੱਤੇ ਮੇਰੇ ਆ ਸ਼ਰਟ ਨਹੀਂ ਸੀ ਪਾਈ ਹੋਈ, ਮੈਂ ਇਦਾਂ ਹੀ ਸੀ, ਚੁੰਨੀ ਲਵੇਟੀ ਹੋਈ ਸੀਗੀ। ਕਹਿੰਦੇ ਜੀ ਮੈਨੂੰ ਕਹਿੰਦੇ ਬਾਅਦ ਚੋਂ ਗੱਲ ਕਰਦਾ ਵਾਂ। ਮੈਂ ਫਿਰ ਗਈ, ਪੱਤਰਕਾਰ ਸਰ ਦਾ ਫੋਨ ਆਇਆ ਮੈਨੂੰ, ਕਹਿੰਦੇ ਜੀ ਮੈਂ ਮੇਰੀ ਗੱਲ ਕਰਾਓ। ਮੈਂ ਕਿਹਾ ਸਰ ਪੱਤਰਕਾਰ ਸਰ ਨਾਲ ਗੱਲ ਕਰਿਓ। ਕਹਿੰਦੇ ਜੀ ਮੈਂ ਗੱਲ ਨਹੀਂ ਕਰਦਾ, ਮੇਰੇ ਨਾਲ ਬਾਅਦ ਚੋਂ ਗੱਲ ਕਰਿਓ। ਕੌਣ ਪੱਤਰਕਾਰ? ਕਿਹਦਾ ਫੋਨ ਤੁਸੀਂ ਕਰਾਇਆ ਸੀ? ਮੇਰੇ ਨਹੀਂ ਕਰਾਇਆ ਨਹੀਂ ਸੀ ਮੈਂ। ਹਾਂਜੀ ਮੈਂ ਉਹਨਾਂ ਨੂੰ ਫੋਨ ਕੀਤਾ ਸੀ। ਅਮਿਤ ਕੁਛ ਸਰ ਹੈਗੇ ਨੇ ਵੀਰ ਜੀ ਉਰੇ, ਉਹਨਾਂ ਨੇ ਕੀਤਾ। ਉਹਨਾਂ ਨਾਲ ਵੀ ਗੱਲ ਨਹੀਂ ਕੀਤੀ। ਸਰ ਕੋਲੇ ML ਸਰ ਜਿਹੜੇ ਹੈਗੇ ਨੇ ਉਰੇ, ਸਰ ਕੀ ਕੁਲਵੰਤ ਸਿੱਧੂ ਸਰ ਦੇ ਗਏ, ਉਹਨਾਂ ਨੇ ਫੋਨ ਕਰਾਇਆ, ਕਹਿੰਦੇ ਗੱਲ ਕਰਾਓ। ਨਹੀਂ ਜੀ ਮੈਂ ਗੱਲ ਨਹੀਂ ਕਰਨੀ। ਯਾਨੀ MLA ਸਾਹਿਬ ਨਾਲ ਵੀ ਗੱਲ ਕਰਨ ਤੋਂ ਮਨਾ ਕਰਤਾ? ਇਨਕਾਰ ਕਰ ਦਿੱਤਾ, ਗੱਲ ਨਹੀਂ ਕੀਤੀ ਗਈ। ਕੀ ਗੱਲ ਸਰ ਸਾਡੀ ਕੋਈ ਦਾ ਮਤਲਬ ਇੱਜ਼ਤ ਨਹੀਂ ਹੈ ਕਿ ਜਨਾਨੀ ਕੱਪੜੇ ਫਾੜ ਕੇ ਜਦੋਂ ਥਾਣੇ ਦੇ ਵਿੱਚ ਜਾਂਦੀ ਹੈ ਕਹਿੰਦੀ ਆ ਕਿ ਜੀ ਮੇਰੀ ਸੁਣਵਾਈ ਕਰੋ, ਉਦੋਂ ਸੁਣਵਾਈ ਨਹੀਂ ਕੀਤੀ ਜਾਂਦੀ। ਉਦੋਂ ਕਹਿੰਦੇ ਜੀ ਕੋਈ ਗੱਲ ਨਹੀਂ, ਪਹਿਲਾਂ ਆਪ ਹੀ ਭੇਜਿਆ ਜਾਂਦਾ ਵਾ। ਜਦੋਂ ਪਹਿਲਾਂ ਇਹਨਾਂ ਨੇ ਦਰਖਾਸਤ ਦਿੱਤੀ ਸੀ, ਉਦੋਂ ਵੀ ਮੈਂ ਕਿਹਾ ਸੀ ਸਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੇਰੀ ਕਾਰਵਾਈ ਕੀਤੀ ਜਾਵੇ। ਉਦੋਂ ਵੀ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਅਗਰ ਤੁਸੀਂ ਬੰਦੇ ਨੂੰ ਭੇਜ ਰਹੇ ਹੋ, ਤੁਸੀਂ ਉਹਨੂੰ ਕਹਿ ਰਹੇ ਹੋ ਕਿ ਭੋਗ ਦੇ ਉੱਤੇ ਜਾਇਆ, ਫਿਰ ਹੁਣ ਉਹਦੀ ਕੋਈ ਸੁਣਵਾਈ ਨਹੀਂ ਹੈਗੀ। ਫਾਈਨਲੀ ਤੁਹਾਡੀ ਕੋਈ FIR ਵਗੈਰਾ ਉੱਥੇ ਲਿਖੀ ਗਈ? ਕੁਝ ਨਹੀਂ ਸਰ, ਇਹਨਾਂ ਨੇ ਲਿਖਿਆ। ਮੈਂ ਜਦੋਂ ਜਾ ਕੇ ਗੱਲ ਕਰਨੀ ਚਾਹੀ, ਇਹਨਾਂ ਨੇ ਮੇਰੇ ਨਾਲ ਗੱਲ ਹੀ ਨਹੀਂ ਹਰਬੰਸ ਸਿੰਘ ਸਰ ਨੇ ਕੀਤੀ। ਹੋਰ ਉੱਥੇ ਕੋਈ ਮੁਲਾਜ਼ਮ ਨਹੀਂ ਸੀਗਾ, ਇੱਕ ਸਰ ਸੀਗੇ ਜਿਹਦੇ ਤੋਂ ਮੈਂ ਫੋਨ ਫੜਿਆ। ਮੈਂ ਕਿਹਾ ਸਰ ਮੈਨੂੰ ਪਲੀਜ਼ ਕਾਲ ਕਰਨ ਲਈ ਫੋਨ ਦਿਓ। ਉਹ ਕਹਿੰਦੇ ਮੈਡਮ ਲਓ ਕੋਈ ਗੱਲ ਨਹੀਂ। ਮੈਂ ਆਪਣੇ ਬ੍ਰਦਰ ਨੂੰ ਫੋਨ ਕਰਨਾ ਸੀ, ਫੋਨ ਕਰਕੇ ਮੈਂ ਇਹੀ ਕਿਹਾ, ਮੈਂ ਕਿਹਾ ਵੀਰੇ ਮੇਰਾ ਫੋਨ ਟੁੱਟ ਗਿਆ, ਵੀ ਇਹਨਾਂ ਦੇ ਫੋਨ ਦੇ ਉੱਤੇ ਫੋਨ ਕਰ ਲਓ, ਬਸ ਇੰਨੀ ਕੁ ਗੱਲ ਹੋਈ। ਜਿਹੜੀ ਗੱਲਬਾਤ ਅੱਜ ਦੀ ਜਿਹੜੀ ਲੜਾਈ ਇਹ ਅੱਜ ਦੀ ਆ ਜੀ, ਅੱਜ ਦੀ ਆ। 2 ਵਜੇ ਭੋਗ ਪਿਆ, 2-2:15 ਵਜੇ ਦੇ ਵਿੱਚ ਦੀ ਕਹਾਣੀ ਆ ਜੀ ਇਹ। ਅੱਛਾ, ਉਸ ਤੋਂ ਬਾਅਦ ਤੁਸੀਂ ਚੌਂਕੀ ਵੀ ਜਾਇਆ ਹੋ, MLA ਦਫ਼ਤਰ ਵੀ ਜਾਇਆ ਹੋ? ਮੈਂ ਕਹਿੰਦੀ ਹਾਂਜੀ, ਤਾਂ ਵੀ ਉਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਜੀ। ਜੇ ਜਨਾਨੀ ਦੇ ਕੱਪੜੇ ਫਾਟੇ ਹੋਏ ਆ, ਉਹਦੇ ਜੀਜੇ ਨੇ ਉਹਨੂੰ ਹੱਥ ਪਾਇਆ ਵਾ, ਕੋਈ ਸੁਣਵਾਈ ਨਹੀਂ ਆ। ਸਿਰਫ ਸਰਕਾਰ ਇਹ ਪੈਸੇ ਦੇ ਸਿਰ ਦੇ ਉੱਤੇ ਹੀ ਚੱਲਦੀ ਆ। ਅਗਰ ਮੇਰੇ ਕੋਲੇ ਪੈਸਾ ਨਹੀਂ ਆ ਤੇ ਪੁਲਿਸ ਵਾਲੇ ਸਿਰਫ ਪੈਸੇ ਦੇ ਸਿਰ ਤੇ ਚੱਲਦੇ ਆ ਜੀ। ਠੀਕ ਆ, ਸਾਨੂੰ ਪੈਸੇ ਦੇ ਗਏ ਆ ਤਾਂ ਸਾਡੀ ਉਹ ਸੁਣਵਾਈ ਕਰੂਗਾ ਜਿਹਦੇ ਅਸੀਂ ਪੈਸੇ ਖਾਵਾਂਗੇ। ਮਤਲਬ ਸਾਡੀ ਕੋਈ ਸੁਣਵਾਈ ਨਹੀਂ ਹੋਗੀ। SI ਸਾਹਿਬ ਉਹਨਾਂ ਦਾ ਨੰਬਰ ਹੈ ਕੋਈ? ਹਾਂਜੀ ਬਿਲਕੁਲ ਹੈਗਾ, ਹਰਬੰਸ ਸਿੰਘ ਸਰ ਦਾ। ਜਾਂਦਿਆਂ ਨੂੰ ਬੜੀ ਮੁਸ਼ਕਲ ਛਡਾਇਆ ਉਹਨਾਂ ਨੂੰ। ਕਿੱਦਾਂ ਜੀ ਕਿੱਦਾਂ? ਉਹਨਾਂ ਨੇ ਇੱਕ ਮੁੰਡਾ ਸੀ, ਪਤਾ ਨਹੀਂ ਉਹਦਾ ਕੀ ਨਾਂ ਸੀ ਕੀ ਨਹੀਂ, ਉਹਨਾਂ ਨੇ ਇਹਨੂੰ ਮਗਰੋਂ ਫੜ ਲਿਆ। ਕਿਹਨਾਂ ਨੇ ਭਾਜੀ? ਉਹ ਭਾਜੀ ਮੈਨੂੰ ਨਾਂ ਨਹੀਂ ਪਤਾ। ਜਿਹੜਾ ਸਰਦਾਰ ਜੀ ਸੀਗੇ, ਹਾਂ ਪਿੰਡ ਦੇ ਵਿੱਚ ਲੜਾਈ ਹੋਈ। ਇਹਨਾਂ ਨੇ ਮਗਰ ਮੁੜ ਜਾਣ ਲੱਗੀ, ਛਡਾ ਕੇ ਭਜਾਣ ਲੱਗੇ ਇਹਨਾਂ ਨੂੰ, ਪਰ ਉਹਨੂੰ ਫਿਰ ਵੀ ਜ਼ਬਰਦਸਤੀ ਇਹਨਾਂ ਨੂੰ ਫੜੀ ਰੱਖਿਆ। ਜਾਣ ਨਹੀਂ ਦਿੱਤਾ ਸੀ, ਬੜੇ ਧੱਕੇ ਨਾਲ ਬਾਈ ਛਡਾ ਕੇ ਇਹਨਾਂ ਨੂੰ ਉੱਥੋਂ ਕੱਢਿਆ। ਅੱਛਾ, ਤੁਸੀਂ ਉੱਥੇ ਪਿੰਡ ਦੇ ਰਹਿਣ ਵਾਲੇ ਹੋ ਭਾਜੀ? ਨਹੀਂ ਭਾਜੀ ਅਸੀਂ ਗਏ ਸੀ। ਅੱਛਾ, ਉੱਥੇ ਗਏ ਸੀ, ਹਾਂ ਉੱਥੇ ਗਏ ਸੀ। ਸੋ ਇੱਕ ਮਿੰਟ ਨੰਬਰ ਦਿਓ ਜੀ, ASI ਸਾਹਿਬ ਦਾ ਨੰਬਰ ਦਿਓ। ਕਿਹੜੇ ਸੀਗੇ ਤੁਸੀਂ ਨੰਬਰ ਦੱਸੋ? ਹਰਬੰਸ ਸਿੰਘ ਸਰ ਦਾ। ਹਰਬੰਸ, ਦੱਸੋ ਨੰਬਰ ਦਿਓ ਜੀ ਕੀ ਹੈ। ਮੇਰਾ ਫੋਨ ਤੱਕ ਤੋੜਿਆ ਦਿਓ ਗਿਆ। ਮੈਮ ਨੂੰ ਨੰਬਰ ਦਿਓ ਕਹਿੰਦੇ ਜੀ। ਮੇਰੇ ਫੋਨ 'ਚ ਸੀਗਾ। ਇੱਕ ਮਿੰਟ, ਧਮਕੀਆਂ ਅਗਰ ਮੈਨੂੰ ਫੋਨ ਦੇ ਉੱਤੇ ਧਮਕੀ ਆ ਰਹੀ ਆ। ਕੌਣ ਦੇ ਰਿਹਾ ਧਮਕੀਆਂ? ਧਮਕੀ ਇਹਨਾਂ ਦੇ ਮਾਮੇ, ਇਹਨਾਂ ਦੇ ਤਾਈ ਦੇ ਮੁੰਡੇ ਦਾ ਕੋਈ ਯਾਰ ਦੋਸਤ ਆ, ਮੈਨੂੰ ਨਹੀਂ ਪਤਾ। ਧਮਕੀ ਦੇ ਰਿਹਾ, ਕਹਿੰਦਾ ਹਾਂ, ਕਹਿੰਦਾ ਤੂੰ ਹੁਣ ਜੇ ਬਚ ਸਕਦੀ ਆ ਤਾਂ ਕਹਿੰਦਾ ਦੇਖ ਲੈ, ਕਹਿੰਦਾ ਇਹਦੇ ਨਾਲ ਮੇਰੀ ਗੱਲ ਕਰਾ। ਉਹਨੇ ਕਿਹਾ ਆਪਣੀ ਜਾਨ, ਕਹਿੰਦਾ ਮਰਾਡੋ ਆ ਜਾ, ਮਰਾਡੋ ਦੇ ਬਾਹਰ ਹੀ ਖੜਾ ਵਾਂ, ਕਹਿੰਦਾ ਇਹਨੂੰ ਆਪਣੀ ਜਾਨ ਬਚਾ ਲਾ। ਹੁਣ ਤੂੰ ਵੀ ਜੇ ਬਚਣਾ ਚਾਹੁੰਦੀ ਆ ਤਾਂ ਬਚ ਲੈ, ਕੋਈ ਗੱਲ ਨਹੀਂ। ਇਹ ਤੁਹਾਨੂੰ ਹਜੇ ਵੀ ਧਮਕੀ ਨਹੀਂ? ਹਾਲੇ ਵੀ ਮੈਨੂੰ ਧਮਕੀ ਦਿੱਤੀ ਜਾ ਰਹੀ ਆ ਫੋਨ ਦੇ ਉੱਤੇ ਬਕਾਇਦਾ।
ਮੇਰੀ ਸਰ ਇੱਕੋ ਹੀ ਮੈਂ ਕਹਿਣਾ ਚਾਹੁੰਦੀ ਆ, ਮੇਰੇ ਇਸ ਟਾਈਮ ਤੇ ਦਿਮਾਗ ਨਹੀਂ ਕੰਮ ਕਰ ਰਿਹਾ। ਅਗਰ ਮੈਂ ਕੱਲ ਨੂੰ ਮਰਦੀ ਆ ਜਾਂ ਮੈਨੂੰ ਕੁਝ ਵੀ ਹੁੰਦਾ, ਇਹਨਾਂ ਦੇ ਜ਼ਿੰਮੇਵਾਰ ASI ਹਰਬੰਸ ਸਿੰਘ, ਜਿਨ੍ਹਾਂ ਨੇ ਮੇਰੀ ਨਹੀਂ ਸੁਣਵਾਈ ਕੀਤੀ, ਜਿਨ੍ਹਾਂ ਨੇ ਮੇਰਾ ਨਹੀਂ ਸੁਣਿਆ, ਉਹ ਤੇ ਜਿਨ੍ਹਾਂ ਨੇ ਸਾਨੂੰ ਹੱਥ ਪਾਇਆ, ਇਹਨਾਂ ਦੇ ਤਾਈ ਦੇ ਮੁੰਡੇ, ਉਹਨਾਂ ਦੇ ਅੱਗੋਂ ਮਾਮੇ ਦੇ ਮੁੰਡੇ, ਜਿਨ੍ਹਾਂ ਨੇ ਸਾਨੂੰ ਹੱਥ ਪਾਇਆ, ਮੇਰਾ ਜੀਜਾ ਗੁਰਪ੍ਰੀਤ ਸਿੰਘ, ਮੇਰੀ ਨਣਦ ਜਗਜੀਤ ਕੌਰ, ਉਹਦਾ ਮੁੰਡਾ ਹਰਸ਼, ਜਿਨ੍ਹਾਂ ਨੇ ਸਾਨੂੰ ਹੱਥ ਪਾਇਆ, ਜਿਨ੍ਹਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ। ਅਗਰ ਮੈਂ ਮਰਦੀ ਆ ਤਾਂ ਉਹਦੇ ਜ਼ਿੰਮੇਵਾਰ ਇਹ ਸਾਰੇ ਹੋਣਗੇ। ਗੁਰਦੁਆਰੇ ਦੇ ਵਿੱਚੋਂ ਵੀਡੀਓ ਰਿਕਾਰਡਿੰਗ ਕਢਵਾਈ ਜਾਵੇ, ਉੱਤੇ ਸਾਰਾ ਕੁਝ ਪਤਾ ਲੱਗੂਗਾ। ਕੈਮਰਾ ਲੱਗਿਆ ਜੀ? ਲੱਗੇ ਹੋਏ ਆ ਸਰ, ਗੁਰਦੁਆਰੇ ਸਾਹਿਬ ਲੱਗੇ ਹੋਏ ਆ, ਸਾਰਾ ਕੁਝ ਲੱਗਿਆ ਹੋਇਆ ਜੀ, ਸਭ ਕੁਝ ਲੱਗਿਆ ਹੋਇਆ। ਅੱਛਾ, ਨੰਬਰ ਦਿਓ ਜੀ ਉਹਨਾਂ ਦਾ ਇੱਕ ਵਾਰੀ, ASI ਸਾਹਿਬ ਦਾ ਨੰਬਰ ਦਿਓ। ਜਿਹੜੇ ਮੇਰਾ ਫੋਨ ਟੁੱਟ ਗਿਆ, ਹਰਬੰਸ ਸਿੰਘ ਸਰ ਦਾ ਨੰਬਰ ਦੇਖਿਓ। ਕਿਸੇ ਕੋਲ ਹੈਗਾ ਭਾਜੀ? ਹੋਰ ਤੁਹਾਡੇ ਕੋਲ? ਭਾਜੀ ਮੈਂ ਚੈੱਕ ਕਰਦਾ। ਸੋ ਜਿਵੇਂ ਕਿ ਦੇਖ ਪਾ ਰਹੇ ਹੋ, ਪੀੜਿਤ ਪਰਿਵਾਰ ਨੇ ਦੱਸਿਆ ਕਿ ਭੋਗ ਤੇ ਜਾਣ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਉਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਜਾਂਦੀ। ਲੜਾਈ ਤੋਂ ਬਾਅਦ ਕਾਫੀ ਕੁੱਟਮਾਰ ਕੀਤੀ ਜਾਂਦੀ ਹੈ। ਕੁੱਟਮਾਰ ਕਰਨ ਤੋਂ ਬਾਅਦ ਜਿਹੜਾ ਉਹ ਫਸਟ ਸਟੈਪ ਆਪਣੀ ਪ੍ਰੋਟੈਕਸ਼ਨ ਲਈ ਚੌਂਕੀ ਜਾਂਦੇ ਨੇ, ਲੇਕਿਨ ਚੌਂਕੀ ਵੀ ਜਿਹੜੀ ਕੋਈ ਸੁਣਵਾਈ ਨਹੀਂ ਹੁੰਦੀ ਹੈ। ਆਪਾਂ ਮੌਕੇ ਤੇ ASI ਸਾਹਿਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। 84 278 8278 77900 77 ਤੇ 900 ਪੂਰਾ। ਇੱਕ ਮਿੰਟ, ਆਪਾਂ ਹੁਣੇ ਕੋਲ ਲਗਾ ਰਹੇ ਹਾਂ ਤੇ ਗੱਲਬਾਤ ਕਰਾਂਗੇ। ਕੀ ਨਾਮ ਹੈ ਤੁਹਾਡਾ? ਤੁਸੀਂ ਗਏ ਸੀ ਕੰਪਲੇਂਟ ਕਰਾਉਣ? ਜੀ ਮੈਂ ਹੀ ਗਈ ਸੀ, ਨਾਲ ਮੇਰੇ ਹਸਬੰਡ ਗਏ ਸੀਗੇ, ਅਸੀਂ ਦੋਨੋਂ ਜਣੇ ਕੰਪਲੀਟ ਕਰਾਉਣ ਗਏ ਸੀਗੇ। ਮੈਂ ਜਾ ਕੇ ਗੇਟ ਖੋਲ੍ਹਿਆ, ਗੇਟ ਖੋਲ ਕੇ ਮੈਂ ਕਿਹਾ ਸਰ ਇੱਕ ਮਿੰਟ ਗੱਲ ਸੁਣਿਓ। ਕਹਿੰਦੇ ਮੇਰੇ ਨਾਲ ਗੱਲ ਨਾ ਕਰ। ਫਿਰ ਮੈਂ ਬਾਹਰ ਨੂੰ ਆਈ, ਉਧਰ ਗੱਲ ਕਰ। ਸਰ ਹੈ ਨਹੀਂ ਕਿ ਸੀ। ਫਿਰ ਮੈਂ ਦੁਬਾਰਾ ਗਈ, ਫਿਰ ਮੈਂ ਗੱਲ ਕਰਾਣੀ ਚਾਹੀਦੀ, ਮੇਰੇ ਨਾਲ ਗੱਲ ਨਾ ਕਰ। ਫਿਰ MLA ਸਾਹਿਬ ਨੂੰ ਕਿਹਾ ਜੀ, ਉਹ ਕਹਿੰਦੇ ਮੇਰੀ ਗੱਲ ਕਰਾਓ ਜੀ, ਮੇਰੇ ਨਾਲ ਗੱਲ ਨਾ ਕਰਾ। ਹਾਂਜੀ ਬਾਈ ਜੀ। ਸਰ ਸਤਿ ਸ੍ਰੀ ਅਕਾਲ ਜੀ। ਹੈਲੋ ਹਾਂਜੀ ਸਰ, ਕਰਮਵੀਰ ਸ਼ਰਮਾ ਬੋਲ ਰਹੇ ਵੈਨ ਨਿਊਜ਼ ਪੰਜਾਬ ਤੋਂ। ਸਰ ਇੱਕ ਨਾ ਤੁਹਾਡੇ ਕੋਲ ਕੋਈ ਲੇਡੀਜ਼ ਆਏ ਸੀਗੇ ਹੁਣੀ, ਉਹਨਾਂ ਦਾ ਕੋਈ ਡਿਸਟ੍ਰੀਬਿਊਟ ਸੀਗਾ, ਲੜਾਈ ਝਗੜਾ ਹੋਇਆ ਸੀ, ਕਾਫੀ ਕੁੱਟਮਾਰ ਪਈ ਹੋਈ। ਉਹ ਬਾਈ ਜੀ ਉਹ ਅੱਜ ਵਾਲਾ ਡਿਊਟੀ ਅਫਸਰ ਦੇਖੂਗਾ। ਨਹੀਂ ਤਾਂ ਤੁਹਾਡੇ ਕੋਲ ਆਏ ਸੀ ਭਾਈ, ਤੁਸੀਂ ਉੱਥੇ ਸੀਗੇ ਤੇ ਤੁਸੀਂ ਨਹੀਂ ਉਹਨਾਂ ਦੀ ਕੋਈ ਕੰਪਲੇਂਟ ਵਗੈਰਾ ਲਿਖਵਾਈ ਜਾਂ ਕੁਝ ਕਿਹਾ ਜਾਂ ਕੋਈ ਕਾਰਵਾਈ ਕੀਤੀ? ਮੈਂ ਨਹੀਂ ਸੀ, ਜਿਹੜਾ ਅੱਜ ਵਾਲਾ ਡਿਊਟੀ ਅਫਸਰ ਉਹ ਜਾਊਗਾ ਜੀ। ਤੁਸੀਂ ਭਾਜੀ ਕਿੱਥੇ? ਤੁਸੀਂ ਥਾਣੇ ਸੀਗੇ, ਇਹਨਾਂ ਦਾ ਕਹਿਣਾ ਹੈ ਉਸ ਟਾਈਮ? ਥਾਣੇ, ਜੇ ਮੈਂ ਥਾਣੇ ਸੀ ਤਾਂ ਮੈਂ ਬੈਠਾ ਤੇ ਇਹ ਥੋੜੀ ਵੀ ਮੈਂ ਹੀ ਹਰੇਕ ਦਾ ਕੰਮ ਕਰਨਾ। ਤੇ ਇਹਨਾਂ ਦਾ ਕਹਿਣਾ ਹੈ ਕਿ ਤੁਸੀਂ ਇਹਨਾਂ ਨੂੰ ਕਿਹਾ ਸੀ ਭੋਗ ਤੇ ਜਾਣ ਵਾਸਤੇ ਵੀ। ਮੈਂ ਸ਼੍ਰੀਮਾਨ ਜੀ ਕਿਸੇ ਨੂੰ ਮੈਂ ਭੋਗ ਤੇ, ਇਹਨਾਂ ਨੇ ਸੱਦਿਆ ਸੀ ਤਾਂ ਉਹ ਗਏ ਭੋਗ ਤੇ। ਠੀਕ ਹੈ। ਇਹਨਾਂ ਨੇ ਸਜ਼ਾ ਫੋਨ ਕਰਕੇ ਇਹਨਾਂ ਨੂੰ ਪੁੱਛੋ ਵੀ ਸੱਦਿਆ ਨਹੀਂ ਤੁਸੀਂ ਫੋਨ ਕਰਕੇ? ਸਰ ਚੌਂਕੀ 'ਚ ਕੋਈ ਬੰਦਾ ਕੰਪਲੇਂਟ ਲਿਖਵਾਉਣ ਆਉਂਦਾ ਹੈ ਤੇ ਉੱਥੇ ਕੋਈ ਤਾਂ ਕਿਸੇ ਬੰਦੇ ਦਾ ਜ਼ਿੰਮੇਵਾਰੀ ਬਣਦੀ ਹੈ ਨਾ, ਚਾਹੇ ਉਹ ਜ਼ਿੰਮੇਵਾਰੀ ਜਿਹੜਾ ਅੱਜ ਦਾ ਡਿਊਟੀ ਅਫਸਰ ਹੋ ਜੀ। ਅੱਜ ਦਾ ਡਿਊਟੀ ਅਫਸਰ ਤੇ ਹੈ ਹੀ ਨਹੀਂ ਸੀ ਸਰ। ਹੈਗਾ ਕੁਲਵੀਰ ਸਿੰਘ, ਇੱਥੇ ਹੀ ਹੈ। ਤੇ ਫਿਰ ਉਹਨਾਂ ਨੇ ਕੰਪਲੇਂਟ ਕੋਈ ਲਿਖੀ ਸਰ, ਇਹਨਾਂ ਦੀ FIR ਵਗੈਰਾ? ਉਹ ਮੁੰਸ਼ੀ ਨੇ ਲਿਖ ਕੇ ਉਹਨਾਂ ਦੇ ਹਵਾਲੇ ਕੀਤੀ ਹੋਈ ਹੈ। ਮੁਨਸ਼ੀ ਨੇ ਲਿਖ ਕੇ ਤੁਹਾਡੇ ਕੋਲ ਲਿਖਵਾਈ ਗਈ ਜੀ ਕੋਈ ਮੇਰੇ ਕੰਪਲੇਂਟ? ਕੋਲੋਂ ਸਰ ਕੁਝ ਨਹੀਂ ਲਿਖਵਾਇਆ ਗਿਆ ਜੀ, ਮੇਰੇ ਕੋਲੋਂ ਨਹੀਂ ਕੁਝ ਲਿਖਵਾਇਆ ਗਿਆ। ਇਹ ਤਾਂ ਕਹਿੰਦੇ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਜੀ ਉੱਥੇ। ਤੁਹਾਡਾ ਹੀ ਨਾਮ ਲੈ ਰਹੇ ਸਿਰਫ ਕਿ ਤੁਹਾਡੇ ਨਾਲ ਗੱਲਬਾਤ ਹੋਈ ਹੈ, ਉਸ ਤੋਂ ਪਹਿਲਾਂ ਤੁਸੀਂ ਹੀ ਉਹਨਾਂ ਨੂੰ ਕਿਹਾ ਜਾਇਓ, ਕਹਿੰਦੇ ਸਾਡੇ ਕੋਲ ਤਾਂ ਰਿਕਾਰਡ ਵਗੈਰਾ ਵੀ ਹੈਗਾ। ਮੈਂ ਬਿਲਕੁਲ ਨਹੀਂ, ਮੈਨੂੰ ਕੀ ਲੋੜ ਹੈ ਕਹਿਣ ਦੀ। ਮੇਰੇ ਭੋਗ ਤੇ ਤਾਂ ਨਹੀਂ ਆਉਣਾ ਸੀ ਵੀ ਮੈਂ ਕਹਿਣਾ ਸੀ ਮੇਰੇ ਭੋਗ ਤੇ ਆਓ ਜੀ। ਹਾਂ ਚਲੋ। ਫਿਰ ਵੀ ਸਰ ਪ੍ਰਸ਼ਾਸਨ ਦੀ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗ ਰਿਹਾ ਕਿ ਇੱਕ ਬੰਦਾ, ਪੀੜਿਤ ਬੰਦਾ ਜਦੋਂ ਲੜਾਈ ਝਗੜਾ ਕਰਕੇ ਆਪਣੀ ਪ੍ਰੋਟੈਕਸ਼ਨ ਲਈ ਚੌਂਕੀ ਜਾਂਦਾ ਹੈ ਤੇ ਉਹਦੀ ਮਤਲਬ ਫਸਟ ਸਟੈਪ ਤੇ ਸੁਣਵਾਈ ਕੀਤੀ ਜਾਣੀ ਚਾਹੀਦੀ ਹੈ? ਮੈਂ ਤੁਹਾਨੂੰ ਰਿਕਾਰਡਿੰਗ ਸੁਣਾਵਾਂ ਵੀ ਮੁੰਸ਼ੀ ਨੂੰ ਮੈਂ ਕਿਹਾ ਵੀ ਇਹਨਾਂ ਦੀ ਦਰਖਾਸਤ ਲਿਖ ਲੈ ਜਾ ਕੇ। ਯਾਨੀ ਲਿਖੀ ਗਈ ਹੈ ਤੁਹਾਡੇ ਹਿਸਾਬ ਨਾਲ? ਲਿਖੀ ਇਹਨਾਂ ਨੇ ਲਿਖਾਉਣੀ ਸੀ, ਮੈਂ ਥੋੜੀ ਵੀ ਮੈਂ ਇਹਨਾਂ ਦੇ ਕੋਲੇ ਜਾ ਕੇ ਲਿਖਾਉਣੀ, ਭਾਈ ਵੀ ਦਰਖਾਸਤ ਲਿਖੋ। ਚਲੋ ਠੀਕ ਹੈ ਸਰ, ਧੰਨਵਾਦ ਜੀ। ਇਹ ਦੋਵੇਂ ਪਾਰਟੀਆਂ ਬੈਠੀਆਂ, ਮੈਨੂੰ ਨਹੀਂ ਪਤਾ ਕਿਹੜੇ ਨੇ ਦਰਖਾਸਤ ਲਗਾਈ ਕਿਹੜੇ ਨੇ ਨਹੀਂ ਲਿਖਾਈ ਅੰਦਰ ਜਾ ਕੇ। ਸਰ ਕੌਣ ਸਾਹਿਬ ਬੋਲ ਰਹੇ ਹੋ ਤੁਸੀਂ? ਉਹਨਾਂ ਦੀ ਲਿਖ ਲਈ ਇਹਨੇ। ਤੇ ਇਹਨਾਂ ਨੂੰ ਪਤਾ ਹੀ ਹੈ ਕੌਣ ਬੋਲ ਰਿਹਾ ਮੈਂ। ਸਰ ਤੁਸੀਂ ਵੀ ਦੱਸ ਦਿਓ। ਮੈਂ ASI ਹਰਬੰਸ ਸਿੰਘ, ਨੰਬਰ 1649, ਜ਼ਿਲ੍ਹਾ ਲੁਧਿਆਣਾ। ਜੀ ਸਰ, ਧੰਨਵਾਦ ਜੀ, ਧੰਨਵਾਦ। ਠੀਕ, ਓਕੇ ਜੀ। ਸਾਡੀ ਨਹੀਂ ਲਿਖੀ ਉਹਨਾਂ ਸੋ ਜਿਵੇਂ ਕਿ ਦੇਖ ਪਾ ਰਹੇ ਹੋ, SI ਸਾਹਿਬ ਦਾ ਕਹਿਣਾ ਹੈ ਕਿ ਜਿਹੜਾ ਡਿਊਟੀ ਅਫਸਰ ਹੋਏਗਾ ਉਹੀ ਜਿਹੜਾ ਅੱਜ ਦਾ ਡਿਊਟੀ ਅਫਸਰ ਹੋਏਗਾ। ਤੇ ਉਹਨੇ ਦੱਸਿਆ ਕੋਈ ਉੱਥੇ ਡਿਊਟੀ ਅਫਸਰ ਇਸ ਟਾਈਮ ਮੌਜੂਦਾ ਵੀ ਸੀਗੇ, ਪਰ ਤੁਹਾਨੂੰ ਮਿਲੇ ਨਹੀਂ ਉਹ। ਸਰ ਮੈਨੂੰ ਹਰਬੰਸ ਸਿੰਘ ਸਰ ਉੱਥੇ ਬੈਠੇ ਪਏ ਸੀਗੇ ਤੇ ਮੈਨੂੰ ਇਸ ਬਾਰੇ ਨਹੀਂ ਪਤਾ ਕਿ ਜੇ ਮੁਲਾਜ਼ਮ ਦੀ ਕੁਰਸੀ ਤੇ ਜਿਹੜਾ ਬੈਠਾ ਵਾ ਉਹ ਕੌਣ ਹੈ, ਉਹ ਮੌਜੂਦਾ ਵਾ ਜਾਂ ਕੌਣ ਹੈ, ਉਹ ਮੈਨੂੰ ਇਸ ਬਾਰੇ ਵੀਰੇ ਨਹੀਂ ਪਤਾ। ਮੈਂ ਤਾਂ ਸਰ ਇਹੀ ਕਹੂੰਗੀ ਕਿ ਜੇ ਤੁਸੀਂ ਬੈਠੇ ਹੋ ਤਾਂ ਤੁਸੀਂ ਹੀ ਹੋ, ਜੇਕਰ ਤੁਸੀਂ ਮੇਰੇ ਕੋਲੇ ਖੜੇ ਹੋ ਤਾਂ ਮੈਂ ਕਹੂੰਗੀ ਤੁਸੀਂ ਮੇਰੀ ਕਰ ਰਹੇ ਹੋ। ਠੀਕ ਹੈ, ਜਦ ਮੈਨੂੰ ਪਤਾ ਹੀ ਨਹੀਂ ਹੋਊਗਾ ਵੀ ਕੌਣ ਹੈ ਕੌਣ, ਮੈਂ ਤਾਂ ਉਹਨਾਂ ਕੋਲ ਹੀ ਜਾਊਂਗੀ ਨਾ ਜਿਹੜੇ ਕੁਰਸੀ ਤੇ ਐਟ ਟਾਈਮ ਮੌਜੂਦ ਨੇ। ਠੀਕ, ਮੈਂ ਉਹਨਾਂ ਨੂੰ ਇਹ ਥੋੜੀ ਪੁੱਛੂੰਗੀ ਕਿ ਤੁਹਾਡੀ ਕੁਰਸੀ ਤੇ ਕੋਈ ਹੋਰ ਤਾਂ ਨਹੀਂ ਹੈਗਾ, ਸਰ ਮੇਰੇ ਨਾਲ ਆਹ ਕੁਝ ਹੋਇਆ ਵਾ। ਠੀਕ, ਧੰਨਵਾਦ ਜੀ। ਸੋ ਜਿਵੇਂ ਕਿ ਦੇਖ ਪਾ ਰਹੇ ਹੋ, ਮਹਿਲਾ ਦਾ ਕਹਿਣਾ ਹੈ ਕਿ ਅਸੀਂ ਸਭ ਫਸਟ ਸਟੈਪ ਤੇ ਚੌਂਕੀ ਜਾਂਦੇ ਹਾਂ। ਚੌਂਕੀ ਜਿਹੜੇ ASI ਸਾਹਿਬ ਨਾਲ ਗੱਲਬਾਤ ਜਿਹੜੀ ਔਨ ਰਿਕਾਰਡ ਹੋਈ ਹੈ, ਉਹਨੇ ਦੱਸਿਆ ਕਿ ਜੀ ਮੈਂ ਉੱਥੇ ਸੀ, ਪਰ ਜਿਹੜਾ ਡਿਊਟੀ ਅਫਸਰ ਹੈ ਉਹਨਾਂ ਦਾ ਕਹਿਣਾ ਹੈ ਕਿ ਵੀ ਉਹਨਾਂ ਨੇ ਰਿਪੋਰਟ ਲਿਖਣੀ ਸੀ, ਇਹਨਾਂ ਨੇ ਲਿਖਾਈ ਕਿ ਨਹੀਂ ਲਿਖਾਈ। ਲੇਕਿਨ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਜਿਹੜੇ ਸਵਾਲ ਉੱਠਦੇ ਨਜ਼ਰ ਆ ਰਹੇ ਨੇ। ਇੱਕ ਪੀੜਿਤ ਬੰਦਾ ਜਦੋਂ ਚੌਂਕੀ ਜਾਂਦਾ ਉਹਨੂੰ ਨਹੀਂ ਪਤਾ ਹੁੰਦਾ ਕੌਣ ਡਿਊਟੀ ਅਫਸਰ ਹੈ, ਕੌਣ ਕਿਹਦੀ ਅੱਜ ਡਿਊਟੀ ਹੈ। ਉਹ ਜਿਹੜਾ ਬੰਦਾ ਯੂਨੀਫਾਰਮ 'ਚ ਮਿਲਦਾ ਹੈ ਉਹ ਉਸ ਨੂੰ ਜਾ ਕੇ ਕੰਸਰਨ ਕਰਦਾ ਹੈ।
ਇੱਕ ਆਪਾਂ ਗੱਲ ਕਰੀਏ ਤਾਂ ਸਿਰਫ ਮਾਨਵਤਾ ਦੇ ਅਕੋਰਡਿੰਗ ਵੀ ਉਹਨੂੰ ਦੱਸਣਾ ਚਾਹੀਦਾ ਸੀ ਕਿ ਡਿਊਟੀ ਅਫਸਰ ਉਹ ਨੇ, ਤੁਸੀਂ ਉਹਨਾਂ ਕੋਲ ਜਾ ਕੇ ਦਰਖਾਸਤ ਲਿਖਾਓ, ਲੇਕਿਨ ਕਿਤੇ ਨਾ ਕਿਤੇ ਅਣਗਹਿਲੀ ਜਿਹੜੀ ਵਰਤੀ ਉਹ ਨਜ਼ਰ ਆ ਰਹੀ ਹੈ। ਤੇ ਇਹ ਮਾਤਾ ਜੀ ਨੇ ਆਪਣੇ ਨਾਲ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਮਾਤਾ ਜੀ ਕੀ ਨਾਮ ਹੈ ਤੁਹਾਡਾ? ਹਾਂਜੀ, ਮੇਰਾ ਨਾਮ ਪਰਮਜੀਤ ਹੈ ਜੀ। ਮੇਰੀ ਬੇਟੀ ਹੈ ਇਹ। ਇਹਨਾਂ ਦੀ ਸੱਸ ਦੀ ਡੈਥ ਹੋ ਗਈ ਸੀਗੀ ਤੇ ਮੇਰੇ ਹਸਬੰਡ ਹੈ ਨਹੀਂਗੇ। ਮੇਰੇ ਕੋਲੇ 1.5 ਸਾਲ ਤੋਂ ਮੇਰੀ ਬੇਟੀ ਰਹਿ ਰਹੀ ਹੈ। ਅੱਛਾ। ਮਤਲਬ ਕਿ ਉਹ ਬਹੁਤ ਸੱਸ ਇਹਦੇ ਮਤਲਬ ਕਿ ਨਨਾਣ ਔਰ ਅਣਦੋਈਆ ਸਾਰਾ ਪਰਿਵਾਰ, ਉਹਦਾ ਮੁੰਡਾ, ਸਾਰਾ ਪਰਿਵਾਰ ਇਹਨੂੰ ਬਹੁਤ ਪਰੇਸ਼ਾਨ ਕਰਦਾ ਵਾ। ਪਹਿਲਾਂ ਕੁੱਟਮਾਰ ਕਰਦੇ ਰਹੇ ਆ, ਉਸ ਤੋਂ ਬਾਅਦ ਕੁੱਟਮਾਰ ਤੋਂ ਬਾਅਦ ਇੱਥੇ ਆ ਗਏ ਆ ਜੀ। ਕੁਛ ਨਹੀਂ ਕਹਿੰਦੇ, ਲੈਣ ਦੇਣ ਅਸੀਂ ਤੁਹਾਡਾ ਸਾਰਾ ਉੱਥੇ ਕਰਾਂਗੇ, ਉਹ ਵੀ ਇਹਨਾਂ ਨੇ ਨਹੀਂ ਕੀਤਾ। ਚਲੋ ਅੱਜ ਇਹਨਾਂ ਦੀ ਸੱਸ ਦਾ ਭੋਗ ਸੀਗਾ, ਮੇਰੇ ਦੋਨੇ ਬੱਚੇ ਭੋਗ ਦੇ ਉੱਤੇ ਗਏ ਆ। ਇਹਨਾਂ ਨੇ ਫੋਨ ਕਰਕੇ ਭੋਗ ਦੇ ਉੱਤੇ ਆਪ ਬੁਲਾਇਆ ਵਾ। ਜਦੋਂ ਭੋਗ ਦੇ ਉੱਤੇ ਪਹੁੰਚੇ ਆ ਤੇ ਭੋਗ ਤੇ ਪੈਣ ਤੋਂ ਬਾਅਦ ਹੀ ਤੇ ਕਹਿੰਦੇ ਆਜੋ ਜੀ ਤੁਹਾਡੇ ਨਾਲ ਗੱਲਬਾਤ ਕਰ ਲੈਂਦੇ ਆ। ਗੱਲਬਾਤ ਤੋਂ ਕਰਨ ਮੇਰੀ ਬੇਟੀ ਨੂੰ ਤੇ ਮੇਰੇ ਜਵਾਈ ਨੂੰ ਬਹੁਤ ਕੁੱਟਮਾਰ ਕੀਤੀ ਆ। ਮੇਰੀ ਭਰਜਾਈ ਇਕੱਲੀ ਨਾਲ ਸੀ ਇੱਕ, ਉਹਨਾਂ ਨੇ ਜਾ ਕੇ ਛਡਾਇਆ, ਕੱਪੜੇ ਪਾੜ ਦਿੱਤੇ ਮੇਰੀ ਬੇਟੀ ਦੇ। ਅਸੀਂ ਇਨਸਾਫ ਮੰਗਦੇ ਆ ਕਿਉਂਕਿ ਬਹੁਤ ਅੱਗੇ ਵੀ ਇਹ ਕੋਰਟ ਕੇਸ ਵੀ ਚੱਲ ਰਿਹਾ ਇਹਨਾਂ ਦਾ, ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਜੀ। ਕੋਈ ਜਵੈਲਰੀ ਨੂੰ ਲੈ ਕੇ ਦੱਸਿਆ ਜਾ ਰਿਹਾ, ਕੋਈ ਕੋਰਟ ਕੇਸ ਇਹਨਾਂ ਨੇ ਆਪਣੀ ਨਨਾਣ ਤੇ ਲਾਇਆ ਹੋਇਆ ਹੈ। ਹਾਂਜੀ। ਕੀ ਲੱਗਦਾ ਹੈ ਕਿ ਉਹ ਕੋਰਟ ਕੇਸ ਹੀ ਇਸ ਲੜਾਈ ਦਾ ਕਾਰਨ ਬਣਿਆ? ਹਾਂਜੀ, ਉਹੀ ਇਸ ਦਾ ਬਣਿਆ ਹੋਇਆ ਵਾ ਲੜਾਈ ਦਾ ਕਾਰਨ। ਸੋ ਜਿਵੇਂ ਕਿ ਦੇਖ ਪਾ ਰਹੇ ਹੋ ਕਿ ਪਰਿਵਾਰਕ ਮੈਂਬਰਾਂ ਦਾ ਦੱਸਣਾ ਹੈ ਕਿ ਕੋਈ ਕੋਰਟ ਕੇਸ ਜਿਹੜਾ ਪਹਿਲਾਂ ਚੱਲ ਰਿਹਾ ਹੈ, ਜਿਹਦੇ ਵਿੱਚ ਇਹਨਾਂ ਨੇ ਕੁਝ ਆਪਣੀ ਨਨਾਣ ਤੇ ਜਵੈਲਰੀ ਦੇ ਇਲੀਗੇਸ਼ਨਸ ਲਗਾਏ ਨੇ, ਜਾਂ ਉਹ ਕਿਤੇ ਤੱਕ ਸਹੀ ਨੇ, ਇਹ ਤਾਂ ਜਿਹੜਾ ਮਾਨਯੋਗ ਕੋਰਟ ਹੈ ਉਹੀ ਫੈਸਲਾ ਕਰੇਗਾ। ਲੇਕਿਨ ਕਿਤੇ ਨਾ ਕਿਤੇ ਅੱਜ ਦੇਖਣ ਨੂੰ ਆ ਰਿਹਾ ਕਿ ਜਦੋਂ ਇੱਕ ਬੰਦੇ ਨੂੰ ਦੇ ਨਾਲ ਕੁੱਟਮਾਰ ਹੁੰਦੀ ਹੈ ਤੇ ਉਹ ਚੌਂਕੀ ਜਾਂਦਾ ਹੈ ਤਾਂ ਉਹਦੀ ਜਿਹੜੀ ਰਿਪੋਰਟ ਤੱਕ ਵੀ ਉਹ ਨਹੀਂ ਲਿਖੀ ਜਾਂਦੀ ਹੈ। ਸੋ ਬਣੇ ਰਹੋ, ਕੈਮਰਾਮੈਨ ਵਿਸ਼ਾਲ ਦੇ ਨਾਲ ਕਰਮਵੀਰ ਸ਼ਰਮਾ ਦੀ ਰਿਪੋਰਟ, ਲੁਧਿਆਣਾ, ਪੰਜਾਬ।